जय
ਗੁਰਦੇਵ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਜਪਸਰੀ ਰਾਗ ਦੇ ਵਿੱਚ ਸ਼ਬਦ ਸੰਪੂਰਨ ਹੋਏ ਸਨ। ਅੱਜ ਨਾਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਜਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਾਸ਼ੀ ਤੋਂ ਪਟਨਾ ਸਾਹਿਬ ਆਏ ਤਾਂ ਪਟਨਾ ਸਾਹਿਬ ਦੀ ਸੰਗਤ ਨੇ ਬੇਨਤੀ ਕੀਤੀ ਕਿ ਇਹ ਸਤਿਗੁਰੂ ਜੀ, ਮਨ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਅਤੇ ਕਿਵੇਂ ਸੱਚ ਸਰੂਪ ਨੂੰ ਭੁੱਲ ਗਿਆ ਹੈ। ਤਾਂ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਮੰਗਲ ਕਰਦੇ ਆ, ਉਸ ਤੋਂ ਬਾਅਦ ਇਹ ਸ਼ਬਦ ਉਚਾਰਨ ਕੀਤਾ ਹੈ। ਆਓ ਮੰਗਲ ਸਰਵਣ ਕਰੋ। ਇੱਕ ਓੰਕਾਰ। ਜਦ ਵੀ ਕੋਈ ਨਵਾਂ ਚੈਪਟਰ ਬਦਲੀ ਹੋਵੇ ਤਾਂ ਉਸ ਵਕਤ ਸਤਿਗੁਰੂ ਮਹਾਰਾਜ ਗੁਰਮਰਿਆਦਾ ਮੁਤਾਬਕ ਮੰਗਲ ਜ਼ਰੂਰ ਕਰਦੇ ਹਨ। ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਭੁੱਲਿਓ ਮਨ ਮਾਇਆ ਉਰਜਾਇਓ। ਬੀਜ ਮੰਤਰ ਉਚਾਰਨ ਕਰਕੇ ਮੰਗਲ ਕਰਨ ਤੋਂ ਉਪਰੰਤ ਮਨ ਦੇ ਪ੍ਰਥਾਏ ਉਪਦੇਸ਼ ਬਖਸ਼ਦੇ ਹਨ। ਇਹ ਭੁੱਲਿਓ ਮਨ, ਇਹ ਭਾਈ ਸੋ ਮਾਇਆ ਉਰਝਾਇਓ। ਮਾਇਆ ਨੇ ਜੀਵਨ ਦਾ ਜਿਹੜਾ ਮਨ ਹੈ, ਚਿੱਤ ਹੈ, ਸਰੂਪ ਨੂੰ ਭੁਲਾ ਕੇ ਆਪਣੀ ਮੋਹ ਦੇ ਵਿੱਚ ਉਲਝਾ ਲਿਆ, ਫਸਾ ਲਿਆ ਹੈ। ਜਮ ਤੋਂ ਮਾਇਆ ਮੋਹਿਆ, ਜੰਮਿਆ ਬਾਅਦ ਵਿੱਚ ਮਾਇਆ ਦਾ ਮੋਹ ਇਹਨੂੰ ਪਹਿਲਾਂ ਚੰਬੜ ਗਿਆ। ਜੈਸੀ ਅਗਨਿ ਹੈ ਮਸਾਂ ਜਠਰਾ ਅਗਨੀ ਦੇ ਸੇਕ ਤੋਂ ਛੁਟਕਾਰਾ ਮਿਲਿਆ ਸੀ ਤੇ ਜਨਮ ਲੈਂਦਿਆਂ ਸਾਰ ਮਾਇਆ ਦੀ ਅਗਨੀ ਆ ਕੇ ਘੇਰਾ ਪੈ ਲਿਆ। ਮਹਾਰਾਜ ਫਰਮਾਉਂਦੇ ਜੈਸੀ ਅਗਨ ਉਦਰ ਹੈ ਐਸੀ ਬਾਹਰ ਮਾਇਆ। ਮਾਇਆ ਅਗਨ ਸਭ ਕੋ ਜਿਹੀ ਕਰਤਾ ਖੇਲ ਰਚਾਇਆ। ਜਦ ਸੁਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ। ਲੇਵ ਛੁੜਦੀ ਲੱਗੀ ਤ੍ਰਿਸ਼ਨਾ ਮਾਇਆ ਮਨ ਵਰਤਾਇਆ। ਇਹ ਮਾਇਆ ਜਿਤ ਹਰ ਵਿਸਜੈ ਉਹ ਉਪਜੈ ਭਾਵ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਦਿਵ ਲਾਗੀ ਜਿਨੇ ਵਿੱਚੇ ਮਾਇਆ ਪਾਇਆ। ਸੋ ਇਹ ਜਿਹੜਾ ਸਾਡਾ ਮਨ ਹੈ, ਇਹ ਮਾਇਆ ਨੇ ਆਪਣੇ ਵਿੱਚ ਫਸਾ ਲਿਆ ਹੈ। ਪਲ ਚ ਸਗਲੀ ਹੋਈ ਝੂਠਾ ਧੰਦੇ ਮੋਹ। ਜੋ ਜੋ ਕਰਮ ਕੀਓ ਲਾਲਚ ਲਗ। ਇਸ ਮਨ ਨੇ ਮਾਇਆ ਦੇ ਲਾਲਚ ਲੋਭ ਦੇ ਵਿੱਚ ਲੱਗ ਕੇ ਜੋ ਵੀ ਇਸ ਕਾਮ ਕਰਮ ਕੀਤੇ ਹਨ ਇਹ ਆਪ ਬੰਧਾਇਓ। ਉਹਨਾਂ ਕਰਮਾਂ ਦੀ ਵਾਸ਼ਨਾ ਅਨੁਸਾਰ ਜੀਵ ਨੇ ਆਪਣੇ ਆਪ ਨੂੰ ਜਨਮ ਮਨ ਦੇ ਬੰਧਨਾਂ ਦੇ ਵਿੱਚ ਬਣਾ ਲਿਆ ਹੈ। ਰਹਾਉ ਇਸ਼ਨਾਨ ਦੇ ਕੇ ਪ੍ਰਮਾਣ ਕਰਦੇ ਨੇ ਜਿਵੇਂ ਮੱਖਣੀ ਉਹਦਾ ਆਪ ਹੀ ਜਾਲਾ ਬੁਣਦੀ ਹੈ ਤੇ ਉਹਨੂੰ ਵੀ ਪਤਾ ਸੀ ਆਪਣੇ ਬੁਣੇ ਜਾਲ ਦੇ ਵਿੱਚ ਹੀ ਫਸ ਜਾਂਦੀ ਹੈ। ਉਹ ਇੰਝ ਜੀਵ ਆਪ ਹੀ ਖਾਣੀ ਬਾਣੀ ਬਣਦੇ ਨੇ, ਨਵੇਂ ਤੋਂ ਨਵੇਂ ਕੰਮ ਸ਼ੁਰੂ ਕਰਦੇ ਹਨ। ਪਰ ਕਈ ਵਾਰ ਸੋ
ਪਰਮਾਤਮਾ ਵੱਲੋਂ ਸਦਾ ਪੱਤਰ ਆ ਜਾਂਦਾ ਤੇ ਵਿੱਚੇ ਹੀ ਛੱਡ ਕੇ ਤੁਰਨਾ ਪੈਂਦਾ। ਉਹਨਾਂ ਜੰਜਾਲਾਂ ਦੇ ਵਿੱਚ ਹੀ ਸਾਰੀ ਉਮਰ ਫਸਿਆਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਤੇ ਉਹਨਾਂ ਦੇ ਵਿੱਚ ਹੀ ਮੱਖੀ ਮੱਠਾ ਮਰਨਾ, ਵਿਸ਼ਵਕਾਰ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਹੀ। ਸੋ ਲੋੜ ਲਈ ਤ੍ਰਿਸ਼ਨਾ ਤਿਪਤ ਮਨ ਮਾਏ, ਮਨ ਰੁੱਝਿਆ ਰਹਿੰਦਾ, ਇਹਦੇ ਵਿੱਚ ਹੀ ਖੱਟ ਤੁਰਿਆ ਸਰੀਰ ਛੁੱਟ ਜਾਂਦਾ ਹੈ। ਸੋ ਜਿੰਨਾ ਵੀ ਕਰਮਾਂ ਦੇ ਅਨੁਸਾਰ ਵਾਸ਼ਨਾਵਾਂ ਜੀਵ ਨੂੰ ਪੈਦਾ ਹੁੰਦੀਆਂ, ਉਹਨਾਂ ਜੀਵਾਂ ਨੇ ਆਪੋ ਆਪਣੇ ਆਪ ਨੂੰ ਵਾਸ਼ਨਾ ਦੇ ਅਨੁਸਾਰ ਵਾਸ਼ਨਾ ਵਧਾਵੇ ਜਾਵੇ ਜਨਮ ਮਨ ਦੇ ਬੰਧਨਾਂ ਵਿੱਚ ਬਣਾ ਲਿਆ ਹੈ। ਸਮਝ ਨਾ ਪਰੀ ਬਿਖ ਰਸ ਰਚਿਓ। ਇਸ ਮਨ ਨੂੰ ਆਤਮਾ ਦੇ ਵਿਚਾਰ ਦੀ ਜਾਂ ਸਤ ਸੰਦੋਗ ਦੀ ਸਮਝ ਨਹੀਂ ਪਈ, ਸਗੋਂ ਦੁਖਦਾਈ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਰਸ ਵਿੱਚ ਰਚੇ ਹੋਏ ਨੇ। ਆ ਜਸ ਹਰ ਕੋ ਵਿਸਰਾਇਓ। ਪਰਮੇਸ਼ਰ ਹਰੀ ਅਕਾਲ ਪੁਰਖ ਪਰਮਾਤਮਾ ਦਾ ਜਸ ਕਰਨਾ ਭੁਲਾ ਹੀ ਛੱਡਿਆ ਹੈ। ਵਾਹਿਗੁਰੂ ਦੇ ਜਸ ਵੱਲੋਂ ਬਹੁਤ ਜ਼ਿਆਦਾ ਕਰਦਾ ਹੈ, ਕੰਜੂਸੀ ਕਰਦਾ ਹੈ। ਗਾਲੀਆ ਪੁਰਾਲੀਆ ਕੰਮ ਨਾ ਹੋਵੇ ਮਿੱਤ, ਫਜ਼ੂਲ ਦੀਆਂ ਗੱਲਾਂ ਵਿੱਚ ਸਮੇਂ ਦੀ ਬਰਬਾਦੀ ਕਰਦਾ ਹੈ। ਸੰਗ ਸੁਆਮੀ ਸੋ ਜਨਿਓ ਨਾਹਿਨਾ। ਜੋ ਸੁਆਮੀ ਮਾਲਕ ਪਰਮੇਸ਼ਰ ਹਰ ਵਕਤ ਹੀ ਅੰਗ ਸੰਗ ਹੈ, ਸਦਾ ਅੰਗ ਸੰਗੇ ਭੰਗਨ ਵਿਭੂਤੇ, ਉਸ ਨੂੰ ਅੰਦਰ ਹੀ ਜਾਣਿਆ ਨਹੀਂ ਹੈ। ਭਾਨ ਖੋਜਨ ਕਉ ਤਾਇਓ। ਅਤੇ ਜੰਗਲਾਂ ਦੇ ਵਿੱਚ ਉਸ ਪਰਮੇਸ਼ਰ ਨੂੰ ਲੱਭਣ ਵਾਸਤੇ ਦੌੜ ਭੱਜ ਕਰਦਾ ਰਿਹਾ। ਪਾਤਸ਼ਾਹ ਜੀ ਦਾ ਵਚਨ ਹੈ, ਫਰੀਦਾ ਜੰਗਲ ਜੰਗਲ ਕਿਆ ਭਰੇ, ਮਨ ਕੰਡਾ ਮੂੜੇ ਵਸੀ ਰਬ ਹਰੀਏ, ਜੰਗਲ ਕਿਆ ਢੂੰਢੇ। ਉਹ ਲਾਗੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹ ਤਾਂ ਦੁਨੀਆ ਦੇ ਵਿੱਚ ਸਭਨਾਂ ਦੇ ਹਿਰਦਿਆਂ ਵਿੱਚ ਵਸ ਰਿਹਾ। ਉਹ ਜੰਗਲ ਵਿੱਚ ਉਹਨੂੰ ਲੱਭਦਾ ਫਿਰਦਾ ਹੈ ਕਿ ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ, ਭਰਮ ਦਾ ਇਹੋ ਜਿਹਾ ਭੁਲਾਇਆ ਹੋਇਆ ਹੈ ਜਿਵੇਂ ਹਰਨ ਕਸਤੂਰੀ ਨੂੰ ਨਹੀਂ ਜਾਣਦਾ, ਇੰਝ ਇਹ ਆਪਣੀ ਅੰਦਰਲੀ ਅਵਸਥਾ ਨੂੰ ਨਾ ਜਾਣਦਾ ਹੋਇਆ ਬਾਹਰ ਭਟਕਿਆ ਹੈ। ਰਾਮ ਰਤਨ ਰਾਮ ਕਟਹਿ ਕੇ ਭੀਤਰ। ਰਤਨ ਮਾਨਕ ਦੀ ਤਰ੍ਹਾਂ ਮੂਲਕ ਰਾਮ ਪਰਮੇਸ਼ਰ ਹਿਰਦੇ ਦੇ ਅੰਦਰ ਹੀ ਹੈ। ਤਾਂ ਕੋ ਗਿਆਨ ਨ ਪਾਇਓ। ਪਰ ਉਸ ਪਰਮੇਸ਼ਰ ਦਾ ਗੁਰਾਂ ਨਾਲ ਮਿਲ ਕੇ ਬ੍ਰਹਮ ਗਿਆਨ ਇਸ ਨੇ ਪ੍ਰਾਪਤ ਨਹੀਂ ਕੀਤਾ। ਧਨ ਨਾਨਕ ਭਗਵੰਤ ਭਜਨ ਬਿਨ। ਆਸ਼ਾ ਦਾ ਬਚਨ ਹੈ, ਨਾਮ ਨੇ ਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਦਸਰਾ। ਸਤਿਗੁਰੂ ਸਾਹਿਬ ਕਥਨ ਕਰਦੇ ਕਿ ਭਗਵੰਤ ਪਰਮੇਸ਼ਰ ਦੇ ਭਜਨ ਸਿਮਰਨ ਜਾਂ ਕੀਰਤਨ ਤੋਂ ਬਿਨਾਂ ਬਿਰਥਾ ਜਨਮ ਗਵਾਇਓ। ਇਹਨਾਂ ਜੀਵਾਂ ਨੇ ਆਪਣੇ ਮਨੁੱਖਾ ਜਨਮ ਨੂੰ ਬੇਅਰਥ ਹੀ ਗਵਾ ਲਿਆ ਹੈ। ਮਾਨੁਖ ਕਬੀਰ ਮਾਨਸ ਜਨਮ ਦੁਰਲਭ ਹੈ, ਕੋਈ ਨਾ 12 ਬਾਰ ਜਿਉਂ ਬਲ ਫਲ ਪਾਕੇ ਭੋਏ ਗਿਰ, ਬਹੁ ਨਾ ਲੱਗੇ ਡਰ। ਸੋ ਇੰਝ ਉਹਨਾਂ ਨੇ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ। ਜੈਤ ਸਰੀ ਮਹੱਲਾ ਨਵਾ। ਨਾਮੀ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਵਿੱਚ ਇੱਕ ਸਿੱਖ ਆਖਰੀ ਚਰਨੀ ਪਿਆ, ਇਹ ਬੇਨਤੀ ਕਰਦਾ ਕਿ ਇਹ ਸਤਿਗੁਰੂ ਜੀ, ਮੇਰੇ
ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ। ਆਪ ਜੀ ਮੇਰੀ ਰੱਖਿਆ ਕਰੋ। ਤਾਂ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਪਰਮੇਸ਼ਰ ਵਾਹਿਗੁਰੂ ਜੀ ਅੱਗੇ ਇਹਨੂੰ ਅਰਦਾਸ ਬੇਨਤੀ ਕਰ। ਹਰ ਜੂ ਰਾਖ ਲਿਹੁ ਪਤ ਮੇਰੀ। ਹਰੀ ਪਰਮੇਸ਼ਰ ਜੀ, ਆਪ ਜੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੀ ਲੋਕ ਅਤੇ ਬਲੋਕ ਦੇ ਵਿੱਚ ਇੱਜ਼ਤ ਰੱਖ ਲਵੋ। ਹਰ ਜੂ ਅੱਖਰ ਹੈ। ਪਟਨਾ ਸਾਹਿਬ ਬਿਹਾਰ ਵੱਲ ਨੂੰ ਜਦ ਜਾਂਦੇ ਹਾਂ ਤਾਂ ਉਹ ਜੀ ਨੂੰ ਜੂ ਕਹਿੰਦੇ ਹਨ। ਉਸੇ ਬੋਲੀ ਅਨੁਸਾਰ ਮਹਾਰਾਜ ਉਹਨਾਂ ਦੀ ਬੋਲੀ ਦਾ ਸਤਿਕਾਰ ਕਰਦਿਆਂ ਹੋਇਆ ਇਹ ਸ਼ਬਦ ਉਚਾਰਨ ਕਰ ਰਹੇ ਨੇ। ਜਿਵੇਂ 10ਵੇਂ ਪਾਤਸ਼ਾਹ ਜੀ ਨੇ ਵੀ ਸ੍ਰੀ ਚੌਕੀ ਸਾਹਿਬ ਦੇ ਵਿੱਚ ਕਥਨ ਕੀਤਾ ਹੈ ਕਿ ਜਮਨ ਕਾਲ ਜੋਗੀ ਸਿੱਖ ਭਇਓ, ਜਮਨ ਕਾਲ ਜੋਗੀ ਸਿੱਖ ਕੀਓ, ਵੇਦ ਰਾਜ ਬ੍ਰਹਮਾ ਜੋਤੀਓ। ਸੋ ਇਉਂ ਜੀ ਨੂੰ ਜੂ ਲਿਖਿਆ ਹੈ। ਕਲਗੀਧਰ ਮਹਾਰਾਜ ਨੇ ਵੀ ਜਸ ਕਹਿੰਦੇ ਹਨ ਕਿ ਹਰ ਜੂ ਰਾਖ ਲਿਹੁ ਪਤ ਮੇਰੀ। ਹੈ ਹਰ ਜੂ, ਇਹ ਹਰ ਜੀ, ਇਹ ਪਰਮੇਸ਼ਰ ਜੀ, ਆਪ ਜੀ ਦਇਆ ਦ੍ਰਿਸ਼ਟੀ ਕਰਕੇ ਲੋਕ ਪਲੋਕ ਵਿੱਚ ਮੇਰੀ ਇੱਜ਼ਤ ਰੱਖ ਲਵੋ ਜੀ। ਕਿਉਂਕਿ ਜਮ ਕੋ ਤਰਾਸ ਪਾਇਓ ਅੰਤਰ। ਮੇਰੇ ਹਿਰਦੇ ਦੇ ਵਿੱਚ ਯਮ ਰਾਜ ਦੇ ਦੂਤਾਂ ਦਾ ਜਾਂ ਜਮਨ ਮਰਨ ਦਾ ਡਰ ਹੋ ਗਿਆ ਹੈ। ਸਦਾ ਸਰਨ ਕਹੀਂ ਕਿਰਪਾ ਨਿਤ ਤੇਰੀ। ਇਹ ਕਿਰਪਾ ਦਇਆ ਦੇਖ ਜਾਂਦੇ ਆ ਜਾਂ ਸਮੁੰਦਰ ਪਰਮੇਸ਼ਰ ਜੀ, ਮੈਂ ਜਮਾ ਜਾਂ ਜਮਾ ਮਰਨ ਤੋਂ ਛੁਟਕਾਰੇ ਵਾਸਤੇ ਰਹਾਉ। ਸ਼ਰਨ ਗਈ ਕਿਰਪਾ ਨਿਤ ਤੇਰੀ। ਸੋ ਤੇਰੀ ਸ਼ਰਨ, ਤੇਰੀ ਓਟ ਗ੍ਰਹਿਣ ਕੀਤੀ ਹੈ। ਇਹ ਸਮੁੰਦਰ ਪਰਮੇਸ਼ਰ ਜੀ, ਮੈਂ ਜਮਾ ਤੋਂ ਜਮਣ ਮਰਨ ਤੋਂ ਬਚਣ ਲਈ ਤੇਰੀ ਓਟ ਵਿੱਚ ਆਇਆ। ਤੇਰੀ ਓਟ ਮੇਰੇ ਦੀਨ ਦਿਆਲ, ਸੁਖ ਸਾਗਰ ਮੇਰੇ ਗੁਰੂ ਗੋਪਾਲ। ਸਰਨ ਨਾਥ ਮੁਰੀਮ ਗੋਪਾਲ ਰਾਜ ਮੁਰੀਮ ਮਹਾਰਾਜ। ਸੋ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁਖ ਮਨ ਸੇ ਸੁਖ ਪਾਇਆ। ਜਿਨ੍ਹਾਂ ਦੇ ਆਪ ਨੇ ਕਿਰਪਾ ਕੀਤੀ ਹੈ, ਆਪ ਦੀ ਸ਼ਰਨ ਵਿੱਚ ਰੱਖਿਆ, ਸੋ ਉਹਨਾਂ ਨੂੰ ਇਹ ਵਾਹਿਗੁਰੂ ਕਿਰਪਾ ਭਰਾ ਹੱਥ ਦੇ ਕੇ ਯਮਾਂ ਤੋਂ ਬਚਾ ਲਿਆ ਹੈ। तो कहते जिस पापी को मिले ना ढोई, शरण आवे तां निर्मल होई। जिस पापी नूं किते भी ढोई नहीं मिलती, ये महाराज जो तेरी शरण में आ जाए तो ही निर्मल हो जाता है। इसलिए मैनूं जमन मरण तो बहुत ज़्यादा डर लगता है। ਤਾਂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਤੇ ਜਮਨ ਮਰਨ ਤੋਂ ਬਚਾਓ ਦੇ ਵਾਸਤੇ ਆਪ ਦੀ ਓਟ ਗ੍ਰਹਿਣ ਕੀਤੀ। ਉਹਨਾਂ ਨੂੰ ਪੂਰਾ ਭਰੋਸਾ ਕਿ ਆਪ ਮੈਨੂੰ ਮੁਕਤ ਕਰ ਦਿਓਗੇ। ਉਹ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਹਾਪਤਿਤ ਮੁਗਧ ਲੋਭੀ ਧੁਨ। ਇਹ ਪਰਮੇਸ਼ਰ ਜੀ, ਮੈਂ ਬੜਾ ਸ਼ੁਭ ਕਰਮਾਂ ਵੱਲੋਂ ਪਤਿਤ ਗਿਰਿਆ ਹੋਇਆ ਹਾਂ। ਹਰ ਸ਼ਾਸਤਰੀ ਗਿਆਨ ਤੋਂ ਹੀ ਨਾ ਦੇ ਸਮਝ ਕਰਤ ਪਾਪ ਅਬਹਰਾ। ਪਦਾਰਥਾਂ ਨੂੰ ਜੋੜਨ ਦਾ ਲਾਲਚੀ ਵੀ ਹਾਂ। ਕਿਉਂ ਹੁਣ ਮੈਂ ਪਾਪ ਗੁਨਾਹ ਕਰਦਾ ਹਾਰ ਚੁੱਕਾ ਹਾਂ, ਥੱਕ ਗਿਆ ਹਾਂ। ਨਹੀਂ ਮੈਥੋਂ ਕੋਈ ਗੁਨਾਹ ਹੁੰਦੇ, ਬੜਾ ਕੁਝ ਦੁਨੀਆ ਵਿੱਚ ਵੇਖਿਆ ਹੈ ਜੀ। ਹੁਣ ਕਿਰਪਾ ਕਰਕੇ ਬਖਸ਼ ਦਿਓ। ਪੈ ਮਰਦੇ ਕੋ ਬਿਸਰਤ ਨਾਹਿਨਾ। ਮੈਨੂੰ ਮਰਨ ਦਾ ਬਹੁਤ ਜ਼ਿਆਦਾ ਅੰਦਰੋਂ ਡਰ ਲੱਗ ਰਿਹਾ ਹੈ। ਅੰਦਰ ਦਾ ਜਿਹੜਾ ਮਰਨ ਦਾ ਡਰ ਹੈ ਉਹ ਕਦੀ ਭੁੱਲਦਾ ਨਹੀਂ ਹੈ। ਭਾਵ ਹਰ ਵਕਤ ਮੈਨੂੰ ਚੇਤੇ ਰਹਿੰਦਾ ਕਿ ਮੈਂ ਮਰ ਜਾਣਾ। ਦੇਹ ਚਿੰਤਾ ਤਨ ਜਾਣਾ। ਉਸ ਮਰਨ ਦੀ ਚਿੰਤਾ
ਸਰੀਰ ਸਾੜ ਛੁੱਟਿਆ ਹੈ। ਜਿਵੇਂ ਕਲਗੀਧਰ ਮਹਾਰਾਜ ਮਾਲਵੇ ਵਿੱਚ ਵਿਚਰ ਰਹੇ ਸੀ, ਕੋਈ ਖਬਰ ਪੁੱਟ ਕੇ ਲੰਮੇ ਪਿਆ ਸੀ ਤੇ ਮਹਾਰਾਜ ਨੇ ਪੁੱਛਿਆ ਕਿ ਇਹ ਸੰਤ ਜੀ ਤੁਸੀਂ ਖਬਰ ਪੁੱਟ ਕੇ ਆਪ ਵੀ ਲੰਮੇ ਕਿਉਂ ਪਏ ਹੋਏ ਹੋ? ਕਹਿਣ ਲੱਗਾ ਮਹਾਰਾਜ ਮੈਨੂੰ ਡਰ ਬੜਾ ਲੱਗਦਾ ਹੈ ਮੌਤ ਤੋਂ, ਮੈਂ ਮਰਨਾ ਨਹੀਂ ਚਾਹੁੰਦਾ। ਮਹਾਰਾਜ ਕਹਿੰਦੇ ਉੱਠ ਬਾਹਰ ਨਿਕਲ, ਜਿੱਦਣ ਮੌਤ ਹੋਣੀ ਉਸ ਦਿਨ ਤਾਂ ਆਉਣੀ ਹੋਣੀ, ਤੂੰ ਪਹਿਲਾਂ ਹੀ ਡਰੀ ਜਾਂਦਾ ਹੈ। ਜਾਂ ਤੇ ਜਦੋਂ ਫਿਰ ਵੀ ਸਾਡੇ ਨਾਲ ਹੋਈ ਹੋਣੀ ਹੋਵੇ ਫਿਰ ਤਾਂ ਸੋਚੀਏ ਸਭ ਸੰਸਾਰ ਦੇ ਵਿੱਚ ਇੱਕ ਜੈਸੀ ਰੀਤੀ ਹੈ। ਕੋਈ ਵੀ ਪਰਿਵਾਰ ਇਹੋ ਜਿਹਾ ਨਹੀਂ ਜਿਨ੍ਹਾਂ ਦਾ ਕੋਈ ਮੈਂਬਰ ਚੜ੍ਹਾਈ ਨਾ ਕੀਤਾ ਹੋਵੇ, ਤੇ ਤੂੰ ਕਿਉਂ ਡਰਦਾ ਹੈ? ਉੱਠ ਬਾਣੀ ਵੜ ਨਾਮ ਜਪ। ਜਦ ਆਪਾਂ ਡਰ ਬਾਰੇ ਵੀ ਸੋਚਦੇ ਰਹਿੰਦੇ ਹਾਂ ਕਿ ਆ ਨਾ ਹੋ ਜਾਏ, ਉਹ ਨਾ ਹੋ ਜਾਏ, ਉਹ ਮਨ ਵਿੱਚ ਗੱਲ ਘਰ ਕਰ ਜਾਂਦੀ ਹੈ। ਇਸ ਵਾਸਤੇ ਡਰ ਦੀ ਸੋਚ ਖਤਮ ਕਰਕੇ ਪ੍ਰਭੂ ਦੇ ਨਾਮ ਦੀ ਸੋਚ ਪੈਦਾ ਕਰਨੀ ਹੈ। ਨਾਮ ਦੇ ਨਾਲ ਧੀਰਜ ਆਉਂਦੀ, ਭਰੋਸਾ ਵੱਧਦਾ ਹੈ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। दयाल को अपार ब्रह्म स्वामी पूरा सब है। सो हे महाराज साहब सच्चे पातशाह, मैनू मरण तो बड़ा डर लगता। मारे ने बाहर कढ़िया, बाहर कढ़ के उसका केसी इशनान कराया। केसी इशनान करवा के खंडे बाटी का अमृत छकाया। उसका सिर सुलवा के चंगी तरह आख्या भी सोहना बड़ा तू बंदियां वर्गा अपना चीरा मुरा बना। ਇਹਨੂੰ ਬੁਰੀ ਹਾਲਤ ਕੀਤੀ ਪਈ ਹੈ, ਸਰੀਰ ਵੀ ਮਿੱਟੀ ਨਾਲ ਭਰਿਆ ਹੋਇਆ, ਕੇਸਾਂ 'ਚ ਵੀ ਮਿੱਟੀ, ਮੁੱਖ ਭਰ ਕੇ ਜਿਵੇਂ ਕਿਸੇ ਨੇ ਪਾਈ ਹੋਵੇ, ਉਹਨੂੰ ਸਾਫ਼ ਸਫਾਈ ਕਰਾ ਕੇ ਅੰਮ੍ਰਿਤ ਛਕਾ ਕੇ ਨਾਮ ਰੱਖਿਆ ਅਜਮੇਰ ਸਿੰਘ। ਆਖਿਆ ਪਾਠ ਕਰ, ਕਥਾ ਕੀਰਤਨ ਸੁਣ, ਵਾਹਿਗੁਰੂ ਵਾਹਿਗੁਰੂ ਕਰ। ਫਿਰ ਮਹਾਰਾਜ ਜੀ ਕਹਿਣ ਲੱਗੇ ਹੁਣ ਦੱਸ, ਹੁਣ ਡਰ ਲੱਗਦਾ? कहता जी पता नहीं आपने कैसी कृपा कर देती है, ये शक्ति भरे अमृत आपने छका के पता नहीं की कर देता है। हुण तां जे यमदूत भी मेरे सामने आ जाए, मौत भी आवे, तो मेरे च आपने इन्ना बल भर दिता की समर्था कर दी कि उन्होंने भी मैं मार के पासी कर देंगा। ऐसी महाराज की बख्शिश है। महाराज मैं मरण तो बड़ा डर लगता है, मरण का डर कभी नहीं भुलता, हर वक्त चेते रहता है। उसी मरण की चिंता पग ने मेरे शरीर को साड़ सकिया है। जिहड़े रब के प्यार वाले ने संत तुम्हारे तुमरे प्रीतम तेरे को काल ना खाते। काल सबना को खाई जा रहा। ये वाहिगुरू जिहड़े तेरे संत ने ये प्रीतम प्यारे तेरा नाम जपण वाले ने, उन्होंने काल पखा नहीं करता। वो मरण तो बाद एक नवी जिंदगी पाते हैं। एक उन्होंने पदवी दी जाती अमर शहीद की, जिहड़े मर के भी शहीद होके भी अमर रहे हैं। सो महाराज सच्चे पातशाह जी खुद आप देखो, भावें बड़ी धन दता चांदनी चौंक विच वो हमेशा नहीं अमर हो गए। गुरुद्वारा शीशगंज साहब या सोना दीवान साहिब डेली ही संगत उत्थे गुरु घर भरिया रहिंदा। आसा दी वार का कीर्तन कथा आदि समागम दिन रात चलता रहता है। भाई मती दास जी का वखरा स्मारक चौंक दे विच कार बनिया होया, जिथे फुल माला भेटा कीतियां जांदियां। इंज गुरु घर दे विच तां रौनकां लगियां होईयां, कितना लंगर पानी वरत रहा है, आए गए नूं रहण दी जगह है। ते अध्यात्मक पक्ष वाली भी तरक्की लई महाराज जी बाणी का पाठ कथा कीर्तन उत्थे अखंड प्रवाह चल रहा।
ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸ਼ੋਭਾ ਪਾ ਰਹੀਆਂ ਨੇ। ਤੇ ਜਿੱਥੇ ਲਾਲ ਕਿਲ੍ਹਾ, ਜਿੱਥੇ ਕਚਹਿਰੀ ਲੱਗਦੀ ਸੀ, ਜਿਹਦੇ ਵਿੱਚੋਂ ਫਤਵਾ ਦਿੱਤਾ ਗਿਆ ਮਹਾਰਾਜ ਸਾਹਿਬ ਦੀ ਸ਼ਹੀਦੀ ਦਾ ਜਾਂ ਸਿੰਘਾਂ ਨੂੰ ਸ਼ਹੀਦ ਕਰਨ ਦਾ, ਉੱਥੇ ਵੇਖੋ ਬਸ ਉਹ ਕਿਲ੍ਹਾ ਹੀ ਹੈ। ਮੈਂ ਤਾਂ ਕਦੀ ਅੰਦਰ ਗਿਆ ਹੀ ਨਹੀਂ, ਨਾ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇੱਟਾਂ ਰੋੜਿਆਂ ਨੂੰ ਵੇਖ ਕੇ ਕੀ ਕਰਨਾ। ਆਪ ਕਬੂਤਰ ਉਹਦੇ ਇਕੱਠਾ ਕਰਦੇ, ਕੋਈ ਹਾਲਤ ਨਹੀਂ, ਪਰ ਝੰਡਾ ਜਿਹਾ ਚਲਾਇਆ ਹੋਇਆ। ਵੱਧ ਤੋਂ 15 ਕਰਦੇ 26 ਜਨਵਰੀ ਵਾਲੇ ਦਿਨ ਉੱਥੇ ਉਹ ਲੈਫਟ ਰਾਈਟ ਆ ਕੇ ਕਰਦੇ ਹੋਣਗੇ ਕਿ ਬਾਕੀ ਤਾਂ ਉੱਥੇ ਉਜਾੜ ਹੀ ਪਈ ਹੋਈ ਆ। ਇਸ ਵਾਸਤੇ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜਿਹੜੇ ਪਿਆਰੇ ਸਿੰਘ ਹਨ, ਉਹਨਾਂ ਨੂੰ ਕੋਈ ਮੌਤ ਦਾ ਡਰ ਨਹੀਂ। ਧੰਨ ਬਾਬਾ ਦੀਪ ਸਿੰਘ ਸਾਹਿਬ ਵੱਲ ਵੇਖੋ, ਮੌਤ ਆ ਕੇ ਸਾਹਮਣੇ ਖੜ੍ਹ ਗਈ, ਕਹਿੰਦੇ ਬਾਬਾ ਜੀ ਇਹ ਤੂੰ ਅਰਦਾਸ ਗਲਤ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਖੜੇ ਹੋ ਕੇ ਤੇ ਬਾਬਾ ਜੀ ਨੇ ਅਰਦਾਸ ਕੀਤੀ ਵੀ ਇਹ ਰੱਬ ਸੱਚਿਆ, ਸੱਚਮੁੱਚ ਜੇ ਤੂੰ ਜਾਣਾ ਹੈ ਤੇ ਮੈਨੂੰ ਦਰਬਾਰ ਸਾਹਿਬ ਜ਼ਰੂਰ ਪਹੁੰਚਾ। ਇੱਕ ਵਾਰੀ ਵੇਖਾਂ ਤਾਂ ਸਹੀ ਕਿ ਕਿਹੜੇ ਲੋਕਾਂ ਨੂੰ ਬੇਦਬੀ ਕੀਤੀ ਹੈ। ਜਿੰਨਾ ਚਿਰ ਦਰਬਾਰ ਸਾਹਿਬ ਨੂੰ ਆਜ਼ਾਦ ਨਾ ਕਰਵਾ ਲਵਾਂ, ਉਹਨਾਂ ਚਿਰ ਮਹਾਰਾਜ ਮੇਰੇ ਸਵਾਸ ਖਤਮ ਨਾ ਹੋਣ। ਇਹ ਕਿਰਪਾ ਕਰ ਮੇਰੀ ਅਰਦਾਸ ਪੂਰੀ ਕਰੀ, ਅੰਗ ਸੰਗ ਸਹਾਈ ਹੋਵੇ। ਮੌਤ ਨੇ ਆਖਿਆ ਬਾਬਾ ਜੀ ਇਹ ਅਰਦਾਸ ਨਾ ਕਰ, ਇਹ ਤੇਰੀ ਅਰਦਾਸ ਸਹੀ ਨਹੀਂ ਹੈ। ਤੂੰ ਅਰਦਾਸ ਇਹ ਕਰ ਵੀ ਮੈਂ ਮਰ ਭਾਵੇਂ ਜਾਵਾਂ, ਸ਼ਹੀਦੀ ਭਾਵੇਂ ਪਾ ਲਵਾਂ, ਪਰ ਕਿਸੇ ਦੀ ਕੀਮ ਨਹੀਂ ਮੰਨੂ, ਕਿਸੇ ਦੇ ਚੁੱਕੂਗਾ ਨਹੀਂ। ਇਹ ਨਾ ਕਹਿ ਵੀ ਜਿੰਨਾ ਚਿਰ ਆਜ਼ਾਦ ਨਾ ਕਰਾ ਲਾਂਗਾ ਉਹਨਾਂ ਚਿਰ ਮਰੂੰਗਾ ਨਹੀਂ। ਮੈਂ ਵੱਡੇ ਵੱਡਿਆਂ ਨੂੰ ਸੁੱਟ ਦਿੱਤਾ ਹੈ, ਮੇਰਾ ਪ੍ਰਭਾਵ, ਮੇਰਾ ਬਲ ਬਹੁਤ ਜ਼ਿਆਦਾ ਹੈ। ਬਾਬਾ ਜੀ ਨੇ ਖੰਡਾ ਮਾਰ ਕੇ ਮੌਤ ਨੂੰ ਨਹੀਂ ਛੇੜ ਦਿੱਤਾ। ਗੁਰਦੁਆਰਾ ਟਾਂਡਾ ਸਾਹਿਬ ਇਸ ਗੱਲ ਦੀ ਗਵਾਹੀ ਭਰਦਾ ਹੈ, ਜਦੋਂ ਬਾਬਾ ਜੀ ਦਾ ਆਮਣ ਸੀਸ ਜਹਾਨ ਖਾਨ ਦੇ ਨਾਲ ਯੁੱਧ ਕਰਦਿਆਂ ਸਾਂਝੀ ਵਾਰ ਦੇ ਨਾਲ ਉਤਰ ਕੇ ਧਰਤੀ 'ਤੇ ਡਿੱਗ ਪਿਆ। ਕਈ ਜਿਹੜੇ ਮਿਸ਼ਨਰੀ ਵਾਲੇ ਪ੍ਰਚਾਰਕ ਨੇ ਕਹਿੰਦੇ ਅੱਗੇ ਜੀ ਬਾਬਾ ਜੀ ਦਾ ਸੀਸ ਲੱਥਾ ਨਹੀਂ ਸੀ। ਉਹਦਾ ਪੁੱਛੇ ਕੀ ਹੋਇਆ ਸੀ? ਕਹਿੰਦੇ ਜੀ ਫੱਟ ਲੱਗਾ ਸੀ। ਤੇ ਬਾਬਾ ਜੀ ਨੇ ਮਾੜਾ ਜਿਹਾ ਹੱਥ ਦਾ ਆਸਰਾ ਦੇ ਕੇ ਤੇ ਯੁੱਧ ਕੀਤਾ ਹੈ। ਸਾਧ ਸੰਗਤ ਜੀ ਫੱਟ ਲੱਗੇ ਤੋਂ ਵੀ, ਫਿਰ ਗਰਦਨ ਦਾ ਫੱਟ ਹੋਵੇ, ਗਲੇ ਦੇ ਉੱਪਰ ਕਿਰਪਾਨ ਵੱਜੀ ਹੋਵੇ, ਤੇ ਤਾਂ ਵੀ ਜੇ ਇਹ ਵੀ ਗੱਲ ਮੰਨ ਲਈਏ ਤਾਂ ਵੀ ਯੁੱਧ ਨਹੀਂ ਹੋ ਸਕਦਾ। ਆਮ ਇਨਸਾਨ ਦੇ ਤਾਂ ਵੱਸ ਦੀ ਬਾਤ ਕੋਈ ਨਹੀਂ, ਸ਼ਕਤੀ ਤਾਂ ਮੰਨਣੀ ਪਊਗੀ। ਚਲੋ ਕਰਾਮਾਤ ਤਾਂ ਨਹੀਂ ਮੰਨਦੇ, ਪਰ ਜਿਹੜਾ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜੋ ਬਾਬਾ ਜੀ ਨੇ ਬਾਣੀ ਦਾ ਪਾਠ ਪੜ੍ਹਿਆ ਹੈ, ਗੁਰਬਾਣੀ ਦੀ ਵੀ ਤਾਂ ਕੋਈ ਤਾਕਤ ਹੁੰਦੀ ਹੈ, ਕੁਝ ਨਾ ਕੁਝ ਤਾਂ ਮੰਨਣਾ ਪਊਗਾ ਹੀ। ਪਰ ਨਹੀਂ, ਐਸਾ ਨਹੀਂ। ਸੀਸ ਉੱਤਰ ਕੇ ਧਰਤੀ 'ਤੇ ਡਿੱਗ ਪਿਆ ਸੀ। ਕਹਿਣ ਲੱਗੀ ਹੁਣ ਸੁਣਾ ਬਾਬਾ, ਮੈਂ ਤੈਨੂੰ ਪਹਿਲਾਂ ਆਖਿਆ ਸੀ ਵੀ ਅਰਦਾਸ ਨੂੰ ਗਲਤ ਕੀਤੀ ਹੈ। ਦੇਖਿਆ ਮੇਰੇ ਜੌਰ ਸਿੰਘ ਕਹਿਣ ਲੱਗੇ ਬਾਬਾ ਜੀ आपने अरदासा सोधिया सी कि दरबार साहब दी परिक्रमा दे विच मैं सीस पिटा करांगा, दरबार साहब नूं आज़ाद करावांगा। मुसलमान के सिर ते खड़े फूका मार रहे हैं, तुसीं इत्थे फतेह बुला के जरनैल तो बगैर, सैनापति तो बगैर फौज कादी होई है। समाधि स्थित सीगे, पता ही नहीं चलिया कि साडा सीस उतरिया होया। की होया? कहते बाबा जी तुहाडा सीस उतर गया। कहते हैं पता ही लग्या कि मैनूं तां वैसे कुछ नहीं होया, मैं तो उंज नहाउंदी हाँ, तुसीं इउं करो सिर मेरा तली ते रख दिओ।
खब्बा ते बाबा जी ने किया खब्बी तली ते सीस रखाया, खब्बी तली ते सीस रखाया, सज्जे हथ नाल 18 सिर का खड्डा पकड़िया। 90 साल की बजुर्ग अवस्था के विच 3.5 मील की दूरी हो गई। किलोमीटर मीलों नालों छोटे होंगे ने, किलोमीटर तो ज़्यादा बन जाते हैं। सो सज्जे खब्बे पता नहीं कितना चिर उत्थे युद्ध किया होगा, घमसान का युद्ध मचिया सी। जहान खान का बाबा जी के वार नाल ही मारिया गया। ते जिहड़ा जकरीए दा अब्दाली का मुंडा सीगा, उन्हें वेखिया ये तो मरे भी युद्ध कर रहे हैं, उठ के खड़ो गए। घोड़ा का सिंगा मार कत्या, मुड़ के जुत्ती ला के भजा सी, पिछा घूमने नहीं उन्हें वेखिया। अब्दाली की तो वो नक की फ्रिट वजी सी, वह पछा ही मुड़ गया उधर ही। राजा सांसी उहदे तंबू सीगे। जब दरबार साहब उन्होंने ढाया तो पहली अट्ठी नक के वजी तो उन्होंने इन्नी दर्द हुई उसे खड़ा नहीं हो सकिया। तो कहता मैनू अपने तंबूआ ने लै जाओ। राजा सांसी फौज के तंबू सीगे। फिर उत्थे भी दर्द ना करवाउंदा रहा, कहने लगा लाहौर लै जाओ। लाहौर भी नहीं मट गया, कहता मैनू अफगानिस्तान लै जाओ। तो पहले ही तुर कर गया। ये जिहड़ा उहदा ये लड़का सी जहान खान भी मारिया गया। ये जिहड़ा उहदा लड़का सी वो जुत्ती ला के भजा सिंघां तों डरदा, पिछा घूमने नहीं वेखिया। क्यों साध संगत जी इतिहास गवाह है। और भी सिंह बाबा जी जबी तबी सन, इन्हां की प्रसिद्धि जारी हो गई। बाबा नौध सिंह मीत जथेदार सी जिन्हां की समाज ठंडे है, वो भी बिना सीस तो कहते लड़े ने। इन्हां तो इलावा होर भी बथेरे सिंह बिना सीस तो लड़े होंगे। ये यकीन किया जाता, भरोसा किया जाता, अमृता सारे ने कुछ छड़िया है। क्यों सिंह मुट्ठी भर वेखो गुरु महाराज की कृपा के नाल शहीदी तो बाद भी वो तुर्की फौज को वक्त पा देंगे। क्यों बड़ी चढ़ती कला के नाल युद्ध करदे होया दरबार साहब की परिक्रमा के बाबा जी पहुंचे। कई कहते कि चाटीमठ गेट जिथे गुरुद्वारा शहीदा बनया होया, उस स्थान को बाबा जी ने खड़े होके भगा के शीस मारिया। ऐसा नहीं, छोटे जे बच्चे को भी पता है कि गुरु जी की अगे भेटा किवें रखी दी है। बड़े आराम के नाल गोल्क विच माया पा के या जो कोई भी आटा दाना आदि सत्कार नाल आराम नाल महाराज के कोल पहुँच के बेटा रख के फिर मत्था टेकीदा। एडी दूर तो बाबा जी बिना सीस तो शहीदी तो बाद युद्ध करते आ गए तो उन्होंने चार कदम चलना कितना औखा सीगा। वो चाटीमठ गुरुद्वारा बाबे शहीदों का इतिहास ये नहीं भी बाबा जी ने खड़े होकर वगा के सीस सुटिया। उसका इतिहास ये है कि उत्थे शरीर का संस्कार होया। अजे भी गुरुद्वारे के बिल्कुल सामने सड़क टपदियां बड़ियां हैं। जिन्हें भी जून 84 के साडी सरकार ने कतलेआम किया, सबना संगतां दे जिहड़े शव सीगे मृतक शरीर उस शमशान भूमि के विच अगन भेड़ किए गए। एक परले पासे शीतला मंदिर वाले पासे पुराना शमशान घाट है। जिहड़े सरदार जस्सा सिंह रामगढ़िया आदि इन्हां दे नाल दे सिख सरदार मुसलमानों नाल युद्ध करते शहीद होंदे, उन्हां दीयां भी समाधां इधरले पासे बनिया हुई जो बाबा अटल है। उसका इतिहास भी ये है कि बाबा जी उत्थे चढ़ाई करते सन, उन्होंने शरीर उत्थे छुटिया सीगा ते उत्थे तां बाबा अटल गुरुद्वारा बना। उत्थे परिक्रमा भी सरदारां दीयां समाधां ने, बाबे अटल गुरुद्वारे के सामने भी समाध है। चाटीमठ जिथे शहीदों का पवित्र स्थान है बाबा जी का अंतिम संस्कार होया। पर शीस भेटा स्थान परिक्रमा
सो इधरले पासे लंगर वाली साइड जब हेठा उतरीए ये साइड के उपर गुरुद्वारा साहब बनया होया विचकार एक गोल चक्कर का पहला निशान होंदा सी हुण डेट दिता गया परिक्रमा दे विच फुल माला भेटा होंदियां ते नमस्कार करके लगीदा इंज गुरु महाराज सच्चे पातशाह जी की बाणी पढ़न तो गुरु का अमृत छकन तो जिहड़ा मौत का भय है वो खत्म हो जाता है। इसलिए महाराज ने आख्या अमृत नाम निधान है मिल पीवो भाई जिस सिमरत सुख पाइए सब तिखा बुझाइए। अमृत के अर्थ ही अमृत मृत्यु तो रहित करने वाली दात है। सो हे महाराज सच्चे पातशाह जीओ आपकी कृपा हुई है। सो जिहड़ा भै जिहड़ा मौत का डर है भुलाया भी नहीं सी भुलदा इसे चिंता दे विच ही दिन रात बंदा उदास रहिंदा सी। वो आपका अमृत छकन तो नाम जपन तो बाणी का पाठ पढ़न तो आप जी की शरण आउण तो मौत का भै दूर हो गया। भै मरवे को विसरत ना है मैनू मरण का डर अंदरों भुलदा नहीं पर हर वक्त चेते रहिंदा ये चिंता तो ज़्यादा उसी मन की चिंता वग ने मेरा शरीर साठ छुटिया ये आम जीवन की हालत है। मुक्त के कारण मैं मुक्ति के वास्ते अनेका ही तीर्थ यात्रा जापना पादक यत्न कीते जिसको इठ पाया दसे दिशावां उठ के दौड़ता फिरदा रहा परंतु घट ही पीतर बसन रंजन शुद्ध स्वरूप ब्रह्म तू मेरे हृदय विच ही वस रहा है। ताको मरम न पाया मैं उस स्वरूप का भेद नहीं पाया भाव मैं तुहाडे नाम दे विच किवें जुड़ा मैनूं समझ नहीं आई है जी। नाहिन गुना नाहिन कस जप तप मेरे विच सत संतोख आदि निर्गुण का प्रेम आदि का कोई भी गुण नहीं है ना ही कुछ रचना करके मुखों में जाप किया है ते ना ही मैं शरीर करके चित्त की एकाग्रता जो तप किया है। जप तप संयम धर्म ना कमाया सेवा साधन जानिया हराया कहु नानक हम नीच कर्मा शरण परे की राखो शर्मा। पुराना समा सी श्री गुरु नानक देव महाराज जी को पहला किसी भी संत कोल किसी प्रेमी ने जाना कहना महाराज मैं रब नाल मिलना मैनू कोई उपदेश कोई शिक्षा दिओ। बड़े बड़े राजे महाराजे गोरखनाथ के अखे लागे मंगते बन गए। सब तो पहला उन्होंने कहना भी क्यों कर रानियां छड़ दे अपने धियां पुत छड़ दे राज भाग ये त्याग दे घर बार छड़ के फिर मेरे को आके मैनू पुछ ये कहना जी मैं सब कुछ छड़ आया। फिर वह कहना भी तू इतने गोडियां ला अगे बैठ चंगी तरह पैर की अड्डी वांग उसकी टुंड कढ़नी सिर रगड़ के मन देना। आ मनसा देवी मंदिर की बड़ी प्रसिद्धि है बड़ी बड़ी दूर तो संगतां आउंदियां मैं भी दर्शन कर गया मेरा सुभाव है सोचा भी देखिए तो सही अंदर तो नहीं मैं गया चार सवेरे घूम के देखिया उत्थे एक मुंडन घाट है मुंडन घाट इन्ने लोग मूर्ख ने माफ करना नाले तो 1500 रुपया पंडित में देते हैं नाले सिर वो अगे करते भी मेरा सिर मुंड दो
वो जिन्ने भी केस उतरते हैं 1000 रुपये किलो बेचते हैं। जे मैं झूठ होवां तो मैनू फड़ लियो। ये साढ़े पिंड भी आते हैं, आप भजा देंगे भी दौड़ जाओ उठो, तुम तो नहीं भेजा। सच्चे पातशाह जी के केस जे उतरे भी होण, केसी इशनान करन तो वाहण तो काफ़ी मुर्दा केस जमा हो जाते हैं, उन्होंने मर्यादा है, उन्होंने अगन भेंट किया जाता है, ना कि बेचण वाले बेच दो। कि घोल बेदबी है। देखो कितनी मूर्ख दुनिया। मैं तो इतों तक भी सुनिया, एवं कोई समझे ना मैं निंदिया कर रहा, क्योंकि जैसी संगत हो वैसी रंगत चढ़ जाती है। लागी तो मनसा देवी कंपलैक्स है, किलोमीटर 1.5 किलोमीटर का नहीं फर्क है मनी माजरे का। गुरुद्वारा साहब के अंदर हुण संगतां की रीति है, लोग सोचते कि चलो मंदिर च की जाना, इतने गुरुद्वारे चले जाते हैं, गल तो एक ही है। उत्थे गुरुद्वारे कहण भी अरदास करो, अरदास कादी करो, नाई लिया है तो बच्चे का मुंडन करना है। गुरुद्वारे के अंदर अरदास करो, अरदास कादी करो कि बच्चे का मुंडन करना है। तो सिंह अड़ गया तो प्रधान साहब जी कहते मैंने माफ करना, कहते भी जे आप आखे नहीं लगेंगे लोगों के, लोग आउणगे किवें, जो कहते करी जाओ, अरदास कर दे दोनों की। वो बदो बदी जी, वो कहीं मैं नहीं करनी। वो बड़ा वाद होया, उसकी छुट्टी हो गई। सुखमनी साहब का पाठ करना, तो पाठ करने तो बाद उद्घाटन की अरदास कहती करनी है। ब्यूटी पार्लर, ब्यूटी पार्लर से की होंदा, साडियां बेटियां साडियां भैणां भरवटे बनाउंदियां ते साडे जिहड़े बच्चे ने मुछां दाड़ियां दे सिर सवारदे ने। ते फिर जी नवां बिजनस खोलिया ते ना तो लिखण वाले पुछना कि कित्थे महाराज जाना, ते ना ही बाबे ने पुछना उत्थे जाके ते फिर पता चलना भी अरदास आ होनी। दसो उत्थे मुंडा की करो, किहड़े खोज डिगू। अगलियां दी श्रद्धा जी, संगत की श्रद्धा करो अरदास जी। नवा बिजनस है जी, ब्यूटी पार्लर का करनी पैंदी। 19 पाठ कराया जी। सतगुरु महाराज सच्चे पातशाह रहमत करना, ये साडे समाज की रीति है। महाराज सच्चे पातशाह जी कदम करते हैं, घटहि पीतर बसै नरंजन। मैं तुहाडे नाल वचन साझा कर रहा सी श्री गुरु नानक देव महाराज जी की सिੱਖੀ ਦਾ ते आम लोगों का। कई कहते ना भी साडे धर्म चों ही सिख निकले ने, सिख वखरे नहीं हैं, ये तो साडे विचों ही निकले ने। सिखां दी रौह रीत, सिखां दी मर्यादा, सिखां दी रहनी बहनी सब दुनिया के नालों अलग है। आम दुनिया की रीति मैं कह रहा हाँ कि धार्मिक अस्थानों से ऐसा होता है, जे जोड़े रखने ने वो भी पैसे दे के रखो, ते नाले पैसे पल्लियों दिओ ते नाले सिर बनाओ। बाकी होर तां सब कुछ माया नाल ही है, रहना मीना खाना मीना जो भी कुछ है पूजा प्रतिष्ठा सब। इस वास्ते सिखां की मर्यादा अलग है। जे रब नूं पाउणा, गोरख ने कहना कि पहला घर छड्ड के आओ ते गोडियां ला के सिर नीवा करके मेरे कोल बैठो। उन्हां दा सिर मुन के ते ਉਹਦੇ ਤੋਂ ਬਾਅਦ कहना भी ये कपड़े ला के सुट दो, मेरे कपड़े पाओ। भगवे कपड़े पा देने, सिर मुन देना, हाथ च फुंडा फड़ा देना, कन्न फाड़ के मुंदरा पा देनिया। कहते मूड मंडाए पे सन्यासी, नार कोई घर संपत नासी, मूड मंडाए पे सन्यासी। हुण तू रब नूं पा सकदा है। मन की यह सोच होनी कि जे हुण घर जाऊगा तैनूं शर्म आऊगी, क्यों बड़े बड़े गोपी चंद वर्गे राजे, ये झूठ नहीं मैं बोल रहा,
इतिहास गवाह है कि गोरखनाथ के चेले गोपी चंद वर्गे राजे भरतरी वर्गे राजे जो बड़े बड़े राज भाग के माया खजाने के राणिया के मालक सन अनेक सुखों को त्याग के मंगते बन गए तो फिर भी वो दर दर से भटकते रहे। पहाड़ों के बड़ी मुश्किल श्री गुरु नानक देव महाराज जी मिले। श्री गुरु नानक देव साहब जी का मत है कि नानक सतगुर भेटे है पूरी होवे जुगत खसंदिया खे लंदिया पै लंदिया खा बंदिया नीचे होवे मुक्त। घर बार नहीं महाराज ने छड़ाया, खाना पीना नहीं छड़ाया, सब कुछ उसी तरह ही रहना बहना आम समाज के विच। पर गुरु साहब की सिੱਖੀ कमाओ, एकाग्रता के नाम जपो तो चढ़ती कला प्रभु की प्राप्ति होगी। फरीदा जंगल जंगल क्या पवै वन कंडा मोड़े वसी रब हेलिए जंगल क्या ढूंढे। सबे करना बोले रमा बोले तू हृदय गुरु बसै राती तेरा भावना बुझे गुवारी काहे रिबन खोजन जाई सर्वन वासी सदा अलेपा वो ही संग समाई। वो मध जो वास बसत है मुगल माही जैसे शाही तैसे ही हर बसे निरंतर काढ़ी खोजो पाई। रब नूं घर बार छड़ के जंगलों या पहाड़ों नहीं रोकया होया भी लभण जाना है, उन्होंने हृदय के विचों प्राप्त करना है। घर के विच भावें रह के ते भावें एकांत वास हो के लभना तो हृदय विचों ही पऊगा। जो कस्तूरी मिर्ग न जाने परम का परम भुलाया, कस्तूरी के नाके की तरह होंगी तो वही धुनी च लभदा बेचारा झाड़ियों के विच इतना ही मन मिल जाता। काटी ही पीतल बसै निरंजन ये शुद्ध स्वरूप ब्रह्म तू मेरे काटे हृदय के विच ही वस रहा है। ताको मर्म न पाया उस स्वरूप का मैं मर्म भेद नहीं पाया। भावें तुहाडे नाम दे विच किवें जुड़ा मैनूं समझ नहीं आई है। नाहन गुण नाहन कछ जप तप मेरे विच सत संतोख आदक या निवल आउण या प्रेम आदि का कोई भी गुण नहीं है। ये ना ही कुछ रचना करके मुखों में जाप किया ना ही तप किया है जी। जप तप संयम धर्म न कमाया सेवा साधना जानिया हराया। कहो नानक हम जीत कर्मा शरण परे की राखो सब। पुराना समा लोग कितना कितना तप करते ਜਾਂ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਜਾਂਦੇ ਘਰ-ਬਾਰ ਤਿਆਗ ਕੇ ਭੁੱਖੇ ਮਰਦੇ ਫਿਰਦੇ ਫਿਰ ਵੀ ਰੱਬ ਨਾ ਮਿਲਦਾ। ਪਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਗੁਰੂ ਕੀ ਸੰਗਤ ਬਖਸ਼ਿਸ਼ ਕੀਤੀ ਹੈ। ਜੇ ਬਹੁਤਾ ਜਪ ਤਪ ਨਾ ਹੋ ਸਕੇ ਇਹ ਤਲਵਾਰ ਦੇ ਰਸਤੇ ਮਹਾਰਾਜ ਨੇ ਮੁਕਤੀ ਬਖਸ਼ੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਬਣਾਈ, ਆਖਿਆ ਕਿ ਧਰਮ ਦੀ ਦੇਸ਼ ਦੀ ਖਾਤਰ ਜੂਝ ਕੇ ਸ਼ਹੀਦੀ ਪਾ ਜਾਓ। ये भी एक रस्ता है प्रभु की प्राप्ति का। कलगीधर महाराज जी ने 14 लड़ाइयाँ लड़ियाँ सिंघां नूं जंग के रस्ते तलवार के रस्ते मुक्त किया। क्यों जप तप तो बगैर ही गुरु महाराज जी ने बेअंतां नूं बख्श लिया। ऐसी गुरु साहब की कृपा है। चौंकड़ा मार के माला फेरनी पहाड़ों के उपर जाके तप करना। हुण गुरु गोबिंद सिंह का कोई बन नहीं सकता जिन्ना 4 युग देखो चौंकड़ा मारिया। हेमकुंड साहब वाले स्थान से श्री गुरु तेग बहादुर जी भी पुराने जन्मों के तपस्वी सन। इसलिए महाराज ने सौखा रस्ता दसिया कि धर्म की खातर जो लोड़ पए तो जूझ के शहीदी पाउण तो भी शीश मारन तो भी वाहिगुरु जी की खुशी होती है। ये महाराज मैं कोई जप तप आदि नहीं किया है। कौन कर्म अब कीजा इस काल विच मौत के डर तो बचन लई किहड़ा काम करा। ऐसी कृपा करो जाप ना ताप ना कर्म गीत आवे ना ही कशुरीत। मैनू मौत का बहुत डर लगता मैं किहड़ा काम करा जी जिस करके मौत का डर उतर जाए। जनरल सुबेग सिंह जी जिन्हें सारी उम्र देश की सेवा की शाह बेग के नाम हेठ उन्होंने मुक्ति वाहिनी पढ़ा के
कि जिस देश वास्ते सत्कार तो की देना ते उल्टा दोष ला के काख मढ़ दी है। इन्ना उदास होया मन कि दरबार साहब आए, महापुरखों के कोल हाजिर होए और मिथ के सेवा मंगी ते मिथ के शहीदी प्राप्त की। इन्ने सूझ-बूझ के मालक सीगे कि सब कुछ के विचों अपना शरीर बचा के बाहर आ सकते सी, पर नहीं, उन्होंने दिल में कुछ करन का, लड़ के मरन का जज्बा सीगा। और गुरु के धर्म के प्यार हित अमृतधारी गुरसिखी जिंदगी जींदिया होया साध संगत जीओ गुरु महाराज साहब सच्चे पातशाह की सेवा करने कौम तो देश तो धर्म तो अपनी जिंदगी निशावर कर गए। ऐसे जोड़े शहीद हैं जिन्होंने कोई मौत का डर नहीं, कोई भै नहीं। पातशाह का वचन है, पै काबू को दे न पै मारते आप कहो नानक सुन ले मन ज्ञानी थाहे बखान। मैं कैसा कर्म करा जी नानक हार प्रयोस नागत। सतगुरु महाराज कथन कर दे कि हे परमेश्वर वाहिगुरु जी, मैं अनेकों जन्मों के विचों हार के हुण मनुखा जन्म पा के तुहाडी शरण में आ गया है। जब संसार वालों हार के आप थक गए, आप जी की शरण आके प्राप्त हो गया है। अपैदान प्रभ तीजा, इसलिए आप जी मैनू निर्भयता का दान दिओ जी। मैं किसी तो भी डरा ना, या नाम की दात दे के भै तो रहत पदवी का दान मैनू देना करो। अब न सूझे दूजी ठाहर, हार करो तो द्वारी। अभै पद दान सिमरन स्वामी को, प्रभ नानक बंधन छोड़। हे महाराज, ऐसी पदवी का दान देव जिहड़ी डर तो रहत होवे ते चढ़दी कला अवस्था वाली। सो जो गुरु महाराज जी की बाणी पढ़न दो, नाम जपन दो ते अमृत छकन को प्राप्त होती है। महापुरख संत बाबा ठाकुर सिंह जी खालसा ढंडरा वाले 90 साल की बजुर्ग अवस्था ते कमजोर जिहा शरीर सीगा वेखण नूं। उनका चढ़दी कला सी कि वेखण नूं इउं जापदा भी हुणे डिगे ते हुणे डिगे, पर सानूं पता भी उन्हां दे विच जान बड़ी सी, बल बड़ा सी। एक बार SSP बंगा मेरे सामने की गल खाना वेखण लई जब भी पुलिस सानूं घेरा पाउंदी ते बाबा जी की गैर हाजरी में पाउंदी। उन्हां दा इन्ना भै सीगा गौरमेंट नूं कि उन्हां दे हुंदे किसी भी सिंह नूं कुछ नहीं किया जाता। महापुरखां दा ड्राइवर सी बस का लाडी लाडी, इस वक्त कैनेडा है। रागी भाई काले सिंह जी सचखंड हरमंदर साहब की हजूरी रागी ने उन्होंने के बड़े भराता सी ड्राइवर। महापुरखों को बेनती करके कहते जी कोई काम कराने वाला, कहते जाओ करा लियाओ। तो पुलिस ने जाती हुई बस वेख ली भी बस चली गई। ये नहीं वेख्या भी बस च बाबा जी है नहीं, सोचा भी बाबा जी निकल गए, घेरा पा लिया। बाबा तो न्याणी सी, चलो गेट दे वो डरते डरते गेट से पहुँच गए, सारे इकट्ठे कर दिया। उन्होंने पता ही नहीं भी महापुरख इत्थे ने। आप तो कहना जी आप गुरबाणी सिखदियां ने, इनके पासे हो जाओ। जोड़े न्याणे ने उन्हें छाल मारनी पासे हो जाना। तो जिन्होंने दाढ़ी केस मशहरे सोहने बड़े दस्तारे, सिंह का शरीर वही बड़ा सोहना फलदा, उन्होंने कहना बैठो बस च, माड़ी मुड़ी जाके पुट्ठे टंगते हैं, कोई डर नहीं कोई बात नहीं। जब घेरा पिया SSP पंगा फोर्स समेत आपों के सामने खड़े कंबी जाइए कि कीता जो कुछ ना। महापुरख आए उपरों उतरे, कहते की तू तमाशा लाया हुआ कौन है तू, किन्हें भेजा तुमने, मेरे बिना पुछन जो तेरी जरूरत की तू गुरुद्वारे के अंदर आ गया, चल बात की चाहना, जो कुछ पहला हुआ उसी तरह चाहना।
ਆ ਸਿੰਘ ਵਿਚਾਰੇ ਨਿਆਣੇ ਪੋਥੀਆਂ ਗੁੜ ਕੇ ਦੇਖੋ ਕਲਾਸਾਂ ਲੱਗਦੀਆਂ ਪਾਣੀ ਪੜ੍ਹਦੇ, ਤੁਸੀਂ ਲੋਕਾਂ ਨੇ ਵਕਤ ਪਾਇਆ ਹੋਇਆ ਪਾਣੀ ਨਹੀਂ ਪੜ੍ਹਨ ਦੇਣਾ। ਚਾਬੀਆਂ ਵਗਾ ਕੇ ਉਹਦੇ ਪੈਰਾਂ 'ਚ ਮਾਰੀਆਂ, ਕਹਿੰਦੇ ਚੱਲ ਇੱਥੇ ਕੀ ਪਿਆ ਹੋਇਆ, ਚੱਲ ਤੂੰ ਚਾਬੀਆਂ ਫੜ ਤੇ ਤੂੰ ਇੱਥੇ ਬਹਿ ਜਾ, ਖਾਣਾ ਬਣਾ ਲਾ ਤੇ ਚੱਲ ਮੈਨੂੰ ਜਿੱਥੇ ਲੈ ਕੇ ਜਾਣਾ ਮੈਨੂੰ ਲੈ ਕੇ ਜਾ। ਇਹਨਾਂ ਵਿਚਾਰਿਆਂ ਨੂੰ ਕੀ ਕਹਿ ਰਹੇ, ਕਸੂਰ ਤਾਂ ਮੇਰਾ ਹੈ ਕਿਉਂਕਿ ਮੈਂ ਇਹਨਾਂ ਦਾ ਜਥੇਦਾਰ ਹਾਂ, ਮੇਰੇ ਨਾਲ ਗੱਲ ਕਰ ਜਿੱਥੇ ਜਾਣਾ ਚੱਲ, ਜੇ ਤੈਨੂੰ ਪਤਾ ਲੱਗੂਗਾ ਕਿ ਕਿਸ ਭਾਅ ਵੇਖਦੀ ਹੈ। ਉਹ ਵਿਚਾਰਾ ਕੰਬੀ ਜਾਏ, ਹੱਥ ਜੋੜੀ ਜਾਏ, ਕਹਿਣ ਲੱਗੇ ਜੀ ਅਸੀਂ ਮਜਬੂਰ ਹਾਂ, ਸਾਨੂੰ ਦੁਖੀ ਕਰਦੇ ਨੇ ਲੋਕ ਫੋਨ ਕਰ ਕਰਕੇ। ਇੱਥੋਂ ਹੀ ਕੋਈ ਆਲੇ ਦੁਆਲੇ ਤੋਂ ਕੋਈ ਐਸਾ ਹੈ ਤੇ ਉਹ ਸਾਨੂੰ ਆਉਣਾ ਪੈਂਦਾ ਜੀ ਮਾਫ਼ ਕਰੋ। ਉਹ ਮਸਾਂ ਹੀ ਵਿਚਾਰਾ ਮਾਂ ਤੋਂ ਝਿੜਕਾਂ ਦੇਈ ਜਾਣ, ਦਬਕੇ ਮਾਰੀ ਜਾਣ, ਉਹ ਏਡਾ ਵੱਡਾ ਉਹ ਕੰਬੀ ਜਾਏ। ਬੜੀ ਮੁਸ਼ਕਿਲ ਛੁੱਟ ਕੇ ਪਾਣੀ ਨਿਕਲਿਆ। ਅਗਲੇ ਦਿਨ ਉਹਨੂੰ ਮੈਂ ਵੇਖਿਆ, ਇੱਕ ਬੰਦਾ ਸਿਰਫ ਨਾਲ ਕਾਰ ਦਾ ਡਰਾਈਵਰ ਚਿੱਟੇ ਕੱਪੜੇ ਪਾ ਕੇ ਤੇ ਨੰਗੇ ਪੈਰੀ ਮਹਾਂਪੁਰਖਾਂ ਦੇ ਕੋਲ ਆ ਕੇ ਪੈਰੀ ਹੱਥ ਲਾ ਕੇ ਗੋਡੇ ਘੁੱਟ ਕੇ ਗਿਆ, ਮਾਇਆ ਪੇਟਾ ਕਰਕੇ ਮਾਫੀ ਮੰਗੀ ਗਿਆ, ਬੋਲਿਆ ਜੀ ਮਾਫ ਕਰੋ ਕਿ ਗਾਂ ਤੋਂ ਐਸਾ ਕੰਮ ਨਹੀਂ ਹੋਊਗਾ। ਸੋ ਐਸਾ ਉਹਨਾਂ ਦਾ ਹੈ ਸੀਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ, ਕਿਸੇ ਨੇ ਵੀ ਤੱਤੀ ਬਾਣੀ ਮਹਾਰਾਜ ਨੇ ਤੱਤੀ ਬਾਣੀ ਕਿਸੇ ਨੂੰ ਲੱਗਣ ਦਿੱਤੀ ਤੇ ਮਹਾਂਪੁਰਖਾਂ ਦਾ ਇਹੋ ਜਿਹਾ ਸੋ ਪ੍ਰਭਾਵ ਸੀਗਾ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ। ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ। ਜਿੰਨਾ ਚਿਰ ਜਿੰਨੇ 25 ਸਾਲ ਜਥੇਦਾਰੀ ਕੀਤੀ, ਉਹਨਾਂ ਰਿਕਾਰਡ ਕਾਇਮ ਕਰ ਦਿੱਤਾ। ਚੜ੍ਹਦੀ ਕਲਾ ਬੁਲੰਦੀਆਂ ਵੱਲ ਕੌਮ ਨੂੰ ਲਿਜਾਇਆ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੈ ਜੋ ਜ਼ਰੂਰੀ ਨਹੀਂ ਵੀ ਡੋਲਿਆਂ 'ਚ ਤੇ ਬਾਹਾਂ ਲੱਤਾਂ 'ਚ ਹੋਣਾ ਚਾਹੀਦਾ ਜਾਂ ਘਿਓ ਖਾ ਕੇ ਜਾਂ ਬੈਠਕਾਂ ਮਾਰ ਕੇ ਹੁੰਦਾ। ਇਹ ਤਾਕਤ ਹੈ ਮਹਾਰਾਜ ਦੇ ਨਾਮ ਦੀ, ਜਿਸ ਨਾਮ ਨੇ ਸਾਰੀ ਧਰਤੀ ਨੂੰ ਚੁੱਕਿਆ ਹੋਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਲੋਕ ਕਹਿੰਦੇ ਵੀ ਬਲਦ ਨੇ ਚੁੱਕਿਆ ਹੋਇਆ ਜਾਂ ਸ਼ੇਸ਼ ਨਾਗ ਨੇ ਚੁੱਕੀ ਹੋਈ ਧਰਤੀ। ਮਹਾਰਾਜ ਕਹਿੰਦੇ ਪੜਿਓ ਮਾਨਸੋ, ਕੋਈ ਬਲਦ ਗਾਂ ਦਾ ਬਲਦ ਨਹੀਂ ਹੈ, ਗਾਂ ਦਾ ਜੰਮਿਆ। ਧੌਲ ਧਰਮ ਦਾ ਇੱਕ ਧਰਮ ਦਾ ਬਲਦ ਹੈ। ਸੋ ਜਿਹੜਾ ਸ਼ੇਸ਼ ਨਾਗ ਹੈ, ਸੱਪ ਦੀ ਕੀ ਤਾਕਤ ਹੈ ਧਰਤੀ ਨੂੰ ਚੁੱਕ ਲਏ। ਸੱਪ ਜਿਹੜਾ ਸ਼ੇਸ਼ ਨਾਗ ਹੈ ਉਹ ਵਾਹਿਗੁਰੂ ਦਾ ਨਾਮ ਜਪਦਾ। ਉਹ ਜਿਹੜਾ ਬੰਦਾ ਮਹਾਰਾਜ ਦੇ ਨਾਮ ਦਾ ਆਸਰਾ ਲੈਂਦਾ ਉਹ ਵੀ ਸ਼ਕਤੀਸ਼ਾਲੀ ਹੋ ਜਾਂਦਾ। ਸਤਿਗੁਰੂ ਮਹਾਰਾਜ ਕਿਰਪਾ ਕਰ ਐਸੀ ਦਾਤ ਸੋ ਸਾਨੂੰ ਗੁਰੂ ਘਰ ਵਿੱਚੋਂ ਮਿਲੇ। ਦਾਤੇ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ। ਦਰ ਕਹਿ ਜਾਂਦੇ ਸੇ ਉਹਨਾਂ ਦੀ ਪ੍ਰਾਰਥਨਾ ਕਰਦੀਆਂ ਨੇ ਕਿ ਦੋ ਸਮਤ ਬਖਸ਼ਣੇ। ਨਾਹਿਨ ਗੁਣ ਨਾਹਿਨ ਕਸ ਜਪ ਤਪ, ਕੌਣ ਕਰਮ ਅਬ ਕੀਜੈ। ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਰੀ ਮਾਤਾ ਦੀ ਜਨ ਦੇਖੋ ਅੰਕਾਰ